ਸਤਿ ਸ਼੍ਰੀ ਅਕਾਲ। ਪੀਐਨਸੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਟੋਰਾਂਟੋ ਦੇ ਪੰਜਾਬੀ ਮੂਲ ਦੀ ਇੱਕ ਔਰਤ ਤੇ ਇੱਕ ਵਿਅਕਤੀ ਦੀ ਪੁਲਿਸ ਨੂੰ ਮਿਲੀ ਲਾਸ਼। ਔਰਤ ਦਾ ਹੋਇਆ ਕਤਲ, ਦੱਸਾਂਗੇ ਕੀ ਇਹ ਪੂਰਾ ਮਾਮਲਾ। ontario ਵਿੱਚ ਜਦੋਂ ਪੁਲਿਸ ਦੇ ਰੋਕਣ ਤੇ ਪਲਟੀ ਕਾਲੇ ਰੰਗ ਦੀ ਪੋਰਸ਼, ਵੱਡੀ ਗਿਣਤੀ 'ਚ ਲੋਕ ਹੋਏ ਇਕੱਠੇ, 2 ਨੌਜਵਾਨ ਗ੍ਰਿਫਤਾਰ ਜਿਨ੍ਹਾਂ ਕੋਲੋਂ ਮਿਲੀਆਂ ਲੋਡਡ ਪਿਸਟਲ। ਨਿਊ ਵੈਸਟਮਿੰਸਟਰ 'ਚ ਸਕਾਈਟਰਨ ਸਟੇਸ਼ਨ ਕੋਲ ਲੱਗੀ ਭਿਆਨਕ ਅੱਗ, ਇੱਕ ਕਮਰਸ਼ੀਅਲ ਇਮਾਰਤ ਵਿੱਚ ਰੈਸਟੋਰੈਂਟ ਤੇ ਹੋਰ ਕਈ ਬਿਜ਼ਨਸ ਹੋਏ ਸੜ ਕੇ ਸੁਆਹ। ਨੋਵਾ ਸਕੋਸ਼ੀਆ 'ਚ 30 ਜਣੇ ਕਰ ਰਹੇ ਸੀ ਪਾਰਟੀ ਤਾਂ ਪੁਲਿਸ ਤੇ ਪਹੁੰਚਣ ਤੇ ਹੋਏ ਸ਼ਾਂਤ। ਦੱਸਾਂਗੇ ਕਿਵੇਂ ਪੁਲਿਸ ਨੇ ਕੀਤੇ ਕਾਬੂ ਤੇ ਕੀਤਾ $20,000 ਤੱਕ ਦਾ ਫਾਈਨ। ਮੌਂਟਰੀਅਲ ਵਿੱਚ ਇੱਕ ਜਿਮ ਅੰਦਰ ਇਕੱਠੇ ਹੋਏ ਕਰੀਬ 60 ਵਿਅਕਤੀ। ਨੋਵਾ ਸਕੋਸ਼ੀਆ 'ਚ ਚੱਲੀਆਂ ਗੋਲੀਆਂ, 32 ਸਾਲਾ ਵਿਅਕਤੀ ਨੂੰ ਲੱਗੀ ਗੋਲੀ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਟੋਰਾਂਟੋ ਦੇ ਰਹਿਣ ਵਾਲੇ 2 ਜਣਿਆਂ ਦੀਆਂ ਲਾਸ਼ਾਂ ਪੁਲਿਸ ਨੂੰ ਮਿਲੀਆਂ ਨੇ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਤੇ ਜਦੋਂ ਉਹਨਾਂ ਦੀ ਪਛਾਣ ਦੱਸੀ ਗਈ ਹੈ ਤਾਂ ਉਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਭਾਰਤੀ ਮੂਲ ਦੇ ਨੇ। ਟੋਰਾਂਟੋ ਪੁਲਿਸ ਹੋਮਿਸਾਈਡ ਡਿਟੈਕਟਿਵਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਇੱਕ ਮਾਮਲੇ ਦੀ ਜਾਂਚ ਕਰ ਰਹੇ ਨੇ ਜਿਸ ਦੇ ਵਿੱਚ 46 ਸਾਲਾ ਇੱਕ ਔਰਤ ਦਾ ਕਤਲ ਹੋਇਆ ਹੈ ਤੇ ਨਾਲ ਹੀ ਉਹਨਾਂ ਨੂੰ ਇੱਕ ਵਿਅਕਤੀ ਦੀ ਲਾਸ਼ ਵੀ ਮਿਲੀ ਹੈ। ਇਸ ਮੌਕੇ ਜੋ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ, ਜੋ ਪਛਾਣ ਵੀ ਦੱਸੀ ਗਈ ਹੈ, ਉਸ ਮੁਤਾਬਕ ਇਹ ਦੋਵੇਂ ਪੰਜਾਬੀ ਮੂਲ ਦੇ ਵਿਅਕਤੀ ਨੇ। ਸਕਾਰਬਰੋ ਦੇ ਵਿੱਚ ਸ਼ਨੀਵਾਰ ਨੂੰ ਇੱਕ ਘਰ ਦੇ ਵਿੱਚੋਂ ਪੁਲਿਸ ਨੂੰ ਇਹ ਲਾਸ਼ਾਂ ਮਿਲੀਆਂ, ਜਿਨ੍ਹਾਂ ਨੇ ਕਿਹਾ ਕਿ ਉਹ ਸਿਰਫ ਕਿ ਸਭ ਠੀਕ ਠਾਕ ਹੈ ਦੇਖਣ ਗਏ ਸੀ, ਜੋ ਕਿ 25 ਜੇਮਸ ਪਾਰਕ ਸਕੁਆਇਰ ਦੇ ਖੇਤਰ ਦੇ ਵਿੱਚ ਸ਼ਨੀਵਾਰ ਨੂੰ 7:45 ਦਾ ਸਮਾਂ ਸੀ ਸ਼ਾਮ ਨੂੰ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਘਰ ਦੇ ਹਾਲਵੇ ਦੇ ਵਿੱਚ ਇੱਕ ਔਰਤ ਮ੍ਰਿਤਕ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਦੇਖਿਆ ਕਿ ਘਰ ਦੀ ਬੇਸਮੈਂਟ ਦੇ ਵਿੱਚ ਇੱਕ ਵਿਅਕਤੀ ਵੀ ਉਹਨਾਂ ਨੂੰ ਮ੍ਰਿਤਕ ਮਿਲਿਆ। ਔਰਤ ਦੀ ਪਛਾਣ ਉਹਨਾਂ ਨੇ 46 ਸਾਲਾ ਡੇਜ਼ੀ ਸੈਗਲ ਦੇ ਵਜੋਂ ਕੀਤੀ ਹੈ, ਜੋ ਕਿ ਟੋਰਾਂਟੋ ਦੀ ਰਹਿਣ ਵਾਲੀ ਸੀ। ਇਸ ਮੌਕੇ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਉਸਦੇ ਗਲੇ ਨੂੰ ਦਬਾਇਆ ਗਿਆ ਹੋ ਸਕਦਾ ਹੈ ਜਦੋਂ ਉਸਦੀ ਹੱਤਿਆ ਹੋਈ ਤੇ ਉਸ ਤੋਂ ਬਾਅਦ ਪੁਲਿਸ ਨੇ ਉਸ ਵਿਅਕਤੀ ਦੀ ਵੀ ਪਛਾਣ ਦੱਸੀ ਹੈ ਜਿਸ ਦੀ ਲਾਸ਼ ਮਿਲੀ ਹੈ। ਉਹ ਵੀ ਟੋਰਾਂਟੋ ਦਾ ਰਹਿਣ ਵਾਲਾ ਹੈ, ਅਨੁਰਾਗ ਕਲਵਾੜ, ਜੋ ਕਿ 50 ਸਾਲ ਦਾ ਸੀ। ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮੌਕੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮਾਮਲੇ ਦੇ ਵਿੱਚ ਕਿਸੇ ਵੀ ਸ਼ੱਕੀ ਦੀ ਉਹਨਾਂ ਨੂੰ ਭਾਲ ਨਹੀਂ ਹੈ। ਇਸ ਮੌਕੇ ਜੋ ਇਹ ਹਾਲਾਤ ਜਾਪ ਰਹੇ ਨੇ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਔਰਤ ਦਾ ਕਤਲ ਕਰਕੇ ਅਨੁਰਾਗ ਕਲਵਾਰ ਨੇ ਖੁਦ ਨੂੰ ਵੀ ਮਾਰ ਲਿਆ। ਜਾਂਚ ਟੀਮ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 4168087400 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਜਿੱਥੇ ontario ਦੇ ਵਿੱਚ ਪਿਕਰਿੰਗ ਤੋਂ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ 2 ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਹਨਾਂ ਦੇ ਉੱਤੇ ਕਈ ਮਾਮਲੇ ਵੀ ਦਰਜ ਕੀਤੇ ਨੇ, ਜਿਨ੍ਹਾਂ ਦੇ ਕੋਲੋਂ ਲੋਡਡ ਹੈਂਡਗਨਸ ਵੀ ਮਿਲੀਆਂ ਨੇ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ontario ਦੇ ਪਿਕਰਿੰਗ ਦੇ ਵਿੱਚ ਉਸ ਮੌਕੇ ਉਹਨਾਂ ਨੇ 2 ਵਿਅਕਤੀਆਂ ਦੇ ਉੱਤੇ ਕਾਫੀ ਜ਼ਿਆਦਾ ਮਾਮਲੇ ਦਰਜ ਕੀਤੇ, ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਕਾਫੀ ਜ਼ਿਆਦਾ ਗਲਤ ਤਰੀਕੇ ਨਾਲ ਗੱਡੀ ਚਲਾਈ ਜਾ ਰਹੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦੇ ਵਿੱਚੋਂ ਲੋਡਡ ਹੈਂਡਗਨਸ ਵੀ ਮਿਲੀਆਂ। ਪੁਲਿਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਇੱਕ ਵਿਅਕਤੀ ਕਾਫੀ ਗਲਤ ਗੱਡੀ ਚਲਾ ਰਿਹਾ ਸੀ, ਕਾਲੇ ਰੰਗ ਦੀ ਪੋਰਸ਼ ਸੀ, ਉਹ ਹਾਈਵੇ 401 ਦੇ ਉੱਤੇ ਵਾਈਟਸ ਰੋਡ ਦੇ ਨੇੜੇ, ਤਾਂ ਇਸ ਮੌਕੇ ਅਧਿਕਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਗੱਡੀ ਨਾ ਰੁਕੀ, ਜਿਸ ਤੋਂ ਬਾਅਦ ਹੈਲੀਕਾਪਟਰ ਦੇ ਨਾਲ ਗੱਡੀ ਦਾ ਪਿੱਛਾ ਕੀਤਾ ਗਿਆ। ਇਸ ਮੌਕੇ ਗੱਡੀ ਕਿੱਥੇ ਜਾ ਰਹੀ ਹੈ ਇਹ ਪੁਲਿਸ ਅਧਿਕਾਰੀ ਦੇਖਦੇ ਰਹੇ ਤੇ ਉਸ ਨੂੰ ਰੁਕਣ ਦੇ ਵਾਸਤੇ ਵੀ ਬਾਰ-ਬਾਰ ਕਿਹਾ ਜਾ ਰਿਹਾ ਸੀ, ਤਾਂ ਇੱਕ ਥਾਂ ਦੇ ਉੱਤੇ ਆ ਕੇ ਉਹ ਗੱਡੀ ਹਾਦਸੇ ਦੀ ਸ਼ਿਕਾਰ ਹੋ ਗਈ ਤੇ ਪਲਟ ਗਈ। ਪਰ ਗੱਡੀ ਵਿੱਚ ਮੌਜੂਦ ਦੋਵੇਂ ਵਿਅਕਤੀ ਸੁਰੱਖਿਅਤ ਬਾਹਰ ਕੱਢ ਲਏ ਗਏ, ਜਿਨ੍ਹਾਂ ਦੇ ਕੋਈ ਵੀ ਸੱਟ ਨਹੀਂ ਲੱਗੀ। ਪਰ ਇਸ ਮੌਕੇ ਅਧਿਕਾਰੀਆਂ ਨੇ ਗੱਡੀ ਦੇ ਵਿੱਚੋਂ ਲੋਡਡ ਸੈਮੀ ਆਟੋਮੈਟਿਕ ਹੈਂਡਗਨਸ ਸਨ, ਉਹ ਵੀ ਬਰਾਮਦ ਕੀਤੀਆਂ, ਜਿਸ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਇੱਕ ਵਿਅਕਤੀ ਜੋ ਗੱਡੀ ਚਲਾ ਰਿਹਾ ਸੀ ਉਸ ਦੀ ਪਛਾਣ 21 ਸਾਲਾ ਲੈਸਲੀ ਦੇ ਵਜੋਂ ਹੋਈ ਹੈ, ਜੋ ਕਿ ਸਕਾਰਬਰੋ ਦਾ ਰਹਿਣ ਵਾਲਾ ਸੀ ਤੇ ਉਸ ਦੇ ਉੱਤੇ ਕਈ ਮਾਮਲੇ ਦਰਜ ਹੋਏ ਨੇ। ਤੇ ਦੂਜੇ ਵਿਅਕਤੀ ਦੀ ਪਛਾਣ 19 ਸਾਲਾ ਓਵੈਸ ਜਰਾਫੀ ਦੇ ਵਜੋਂ ਹੋਈ ਹੈ, ਉਸ ਦੇ ਉੱਤੇ ਵੀ ਕਈ ਮਾਮਲੇ ਦਰਜ ਹੋਏ ਨੇ। ਅਗਲੀ ਖਬਰ ਹੈ ਕਿ ਨਿਊ ਵੈਸਟਮਿੰਸਟਰ ਦੇ ਵਿੱਚ ਕੋਲੰਬੀਆ ਸਕਾਈਟਰਨ ਸਟੇਸ਼ਨ ਦੇ ਕੋਲ ਇੱਕ ਭਿਆਨਕ ਅੱਗ ਲੱਗਣ ਦਾ ਸੋਮਵਾਰ ਦੀ ਸਵੇਰ ਨੂੰ ਮਾਮਲਾ ਸਾਹਮਣੇ ਆਇਆ। ਅੱਗ ਇੰਨੀ ਭਿਆਨਕ ਸੀ ਕਿ ਕਈ ਬਿਜ਼ਨਸ ਸੜ ਕੇ ਸੁਆਹ ਹੋ ਗਏ। ਬ੍ਰਿਟਿਸ਼ ਕੋਲੰਬੀਆ ਦੇ ਨਿਊ ਵੈਸਟਮਿੰਸਟਰ ਦੇ ਡਾਊਨਟਾਊਨ ਦੇ ਵਿੱਚ ਸੋਮਵਾਰ ਦੀ ਸਵੇਰ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਨਾਲ ਇੱਕ ਇਮਾਰਤ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ। ਸਕਾਈਟਰਨ ਸਟੇਸ਼ਨ ਦੇ ਨੇੜੇ ਇਹ ਮਾਮਲਾ ਵਾਪਰਿਆ। ਫਾਇਰ ਫਾਈਟਰਸ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ ਸੋਮਵਾਰ ਨੂੰ 3:16 ਦੇ ਉੱਤੇ ਬੁਲਾਇਆ ਗਿਆ ਸੀ, ਜਦੋਂ ਉਹਨਾਂ ਨੇ ਪਾਇਆ ਕਿ 400 ਬਲਾਕ ਤੇ ਕੋਲੰਬੀਆ ਸਟਰੀਟ ਦੇ ਉੱਤੇ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗੀ ਹੋਈ ਸੀ। ਇਸ ਮੌਕੇ ਫਾਇਰ ਚੀਫ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਸਕਾਈਟਰਨ ਸਟੇਸ਼ਨ ਦੇ ਤੱਕ ਅੱਗ ਨਾ ਪਹੁੰਚ ਜਾਵੇ, ਜਿਸ ਦੇ ਵਾਸਤੇ ਕੋਕਿਟਲਮ ਤੋਂ ਵੀ ਫਾਇਰ ਫਾਈਟਰ ਬੁਲਾਏ ਗਏ, ਜਿਨ੍ਹਾਂ ਨੇ ਮਿਲ ਕੇ ਅੱਗ ਦੇ ਉੱਤੇ ਕਾਬੂ ਪਾਇਆ।
ਜਿਨ੍ਹਾਂ ਨੇ ਕਿਹਾ ਕਿ ਸਕਾਈਟ੍ਰੇਨ ਸਟੇਸ਼ਨ ਦੇ ਇਹ ਇਮਾਰਤ ਕਾਫੀ ਜ਼ਿਆਦਾ ਨੇੜੇ ਸੀ, ਪਰ ਇਸ ਮੌਕੇ ਸਕਾਈਟ੍ਰੇਨ ਸਟੇਸ਼ਨ ਦੇ ਤੱਕ ਅੱਗ ਪਹੁੰਚਣ ਤੋਂ ਇਸ ਕਰਕੇ ਰੁਕ ਸਕੀ ਕਿਉਂਕਿ ਉੱਥੇ ਦੋਵਾਂ ਦਰਮਿਆਨ ਇੱਕ ਫਾਇਰਵਾਲ ਸੀ, ਜਿਸ ਦੇ ਕਰਕੇ ਬਚਾ ਰਿਹਾ। ਕੋਲੰਬੀਆ ਸਕਾਈਟ੍ਰੇਨ ਸਟੇਸ਼ਨ ਦੇ ਨੇੜੇ ਦਾ ਇਹ ਮਾਮਲਾ ਹੈ। ਇਸ ਮੌਕੇ ਸਵੇਰੇ 3:16 ਦੇ ਕਰੀਬ ਅੱਗ ਲੱਗੀ ਸੀ ਤਾਂ ਸਵੇਰੇ 7:30 ਦੇ ਕਰੀਬ ਤੱਕ ਇਮਾਰਤ ਦੇ ਵਿੱਚੋਂ ਧੂੰਆਂ ਨਿਕਲਦਾ ਰਿਹਾ। ਇਮਾਰਤ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ, ਜੋ ਕਿ ਨਵੀਂ ਹੀ ਰੈਨੋਵੇਟ ਕੀਤੀ ਗਈ ਸੀ, ਪਰ ਇਹ 100 ਸਾਲ ਦੇ ਕਰੀਬ ਪੁਰਾਣੀ ਇਮਾਰਤ ਹੈ। ਇਸ ਮੌਕੇ ਫਾਇਰ ਫਾਈਟਰਸ ਨੇ ਕਿਹਾ ਕਿ ਇਸ ਇਮਾਰਤ ਦੇ ਵਿੱਚ ਕਈ ਰੈਸਟੋਰੈਂਟ, ਟੈਟੂ ਪਾਰਲਰ ਤੇ ਨਾਲ ਹੀ ਨਾਈਟ ਕਲੱਬ ਸਨ, ਜੋ ਕਿ ਅੱਗ ਦੇ ਕਰਕੇ ਪੂਰੀ ਤਰ੍ਹਾਂ ਖਤਮ ਹੋ ਗਏ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਮਾਰਤ ਦੀ ਸਭ ਤੋਂ ਉੱਪਰਲੀ ਮੰਜ਼ਲ ਦੇ ਉੱਤੇ ਮੈਗਨੈਟਿਕ ਕਲੱਬ ਲੌਂਜ ਸੀ, ਜਿਸ ਨੂੰ ਕਿ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਕਾਫੀ ਦੇਰ ਤੱਕ ਕੋਲੰਬੀਆ ਸਟਰੀਟ ਨੂੰ ਬੰਦ ਵੀ ਰੱਖਿਆ ਗਿਆ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ, ਪਰ ਇਸ ਮੌਕੇ ਬਚਾ ਰਿਹਾ ਕਿ ਇਸ ਅੱਗ ਦੇ ਕਰਕੇ ਕਿਸੇ ਵੀ ਵਿਅਕਤੀ ਦਾ ਨੁਕਸਾਨ ਨਹੀਂ ਹੋਇਆ। ਮੈਨੀਟੋਬਾ ਵਿੱਚ ਕੋਵਿਡ-19 ਦੀ ਤੀਜੀ ਵੇਵ ਦੇ ਦੌਰਾਨ ਇਸ ਸਮੇਂ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਕੋਵਿਡ-19 ਦੇ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਕਰਕੇ ਸਿਹਤ ਅਧਿਕਾਰੀਆਂ ਦੇ ਵੱਲੋਂ ਜੋ ਹਦਾਇਤਾਂ ਨੇ ਉਹ ਵੀ ਜੋ ਲਾਈਆਂ ਗਈਆਂ ਨੇ, ਤਾਂ ਉਸ ਤੋਂ ਬਾਅਦ ਵੀ ਜੋ ਫੈਡਰਲ ਸਰਕਾਰ ਤੋਂ ਵੀ ਮਦਦ ਦੀ ਮੰਗ ਕੀਤੀ ਗਈ ਤਾਂ ਫੈਡਰਲ ਸਰਕਾਰ ਨੇ ਜੋ ਜਾਣਕਾਰੀ ਦਿੱਤੀ ਸੀ, ਉਸ ਤੁਹਾਨੂੰ ਉਸ ਦੇ ਬਾਰੇ ਦੱਸਿਆ ਵੀ ਸੀ ਕਿ ਕੰਟੈਕਟ ਟ੍ਰੇਸਰ ਨੇ ਜੋ ਉਹ ਹੋਰ ਜ਼ਿਆਦਾ ਮੈਨੀਟੋਬਾ ਨੂੰ ਦਿੱਤੇ ਗਏ, ਜਿਸ ਤੋਂ ਬਾਅਦ ਫੈਡਰਲ ਸਰਕਾਰ ਵੱਲੋਂ ਦਿੱਤੇ ਗਏ 120 ਕੰਟੈਕਟ ਟ੍ਰੇਸਰ ਨੇ ਜੋ ਮੈਨੀਟੋਬਾ ਦੇ ਲਈ ਕੰਮ ਕਰ ਰਹੇ ਨੇ, ਜਿਨ੍ਹਾਂ ਦੇ ਵੱਲੋਂ ਇਹ ਕੰਮ ਕੀਤਾ ਜਾਂਦਾ ਹੈ ਕਿ ਕੋਵਿਡ-19 ਦਾ ਜੇਕਰ ਕੋਈ ਮਰੀਜ਼ ਹੈ ਤਾਂ ਉਹ ਕਿਹੜੇ ਬੰਦਿਆਂ ਦੇ ਸੰਪਰਕ ਵਿੱਚ ਆਇਆ, ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਪਰ ਇਸ ਮੌਕੇ ਜੋ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਨੇ, ਉਸ ਤੋਂ ਬਾਅਦ ਮੈਨੀਟੋਬਾ ਤੋਂ ਅਧਿਕਾਰੀਆਂ ਦੇ ਵੱਲੋਂ ਜੋ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਤੇ ਹੋਰ ਸਹਿਯੋਗ ਦੀ ਮੰਗ ਕੀਤੀ ਗਈ ਤਾਂ ਕੈਨੇਡਾ ਸਰਕਾਰ ਨੇ ਇਸ ਮੌਕੇ ਹੋਰ ਜ਼ਿਆਦਾ ਸਿਹਤ ਕਾਮੇ ਨੇ ਜੋ ਮਦਦ ਵਜੋਂ ਮੈਨੀਟੋਬਾ ਭੇਜਣ ਦਾ ਐਲਾਨ ਕੀਤਾ, ਜਿਸ ਦੇ ਵਿੱਚ ਲੈਬ ਦੇ ਵਿੱਚ ਕੰਮ ਕਰਨ ਵਾਲੇ ਤੇ ਨਾਲ ਹੀ ਹੋਰ ਸਿਹਤ ਕਾਮੇ ਨੇ ਜਿਨ੍ਹਾਂ ਦੇ ਵੱਲੋਂ ਮਦਦ ਦਿੱਤੀ ਜਾਵੇਗੀ। ਜਿੱਥੇ ਕਿ ਇਸ ਸਮੇਂ ਜੋ ਮਾਮਲੇ ਕਾਫੀ ਗਿਣਤੀ ਸਾਹਮਣੇ ਆਏ, ਵਿਨੀਪੈਗ ਤੋਂ ਕਾਫੀ ਮਾਮਲੇ ਸਾਹਮਣੇ ਆ ਰਹੇ ਨੇ। ਇਸ ਮੌਕੇ ਵਿਨੀਪੈਗ ਦੇ ਮੇਅਰ ਨੇ ਪਹਿਲਾਂ ਜਿਵੇਂ ਮੰਗ ਕੀਤੀ ਸੀ ਕਿ ਫੈਡਰਲ ਸਰਕਾਰ ਦੇ ਵੱਲੋਂ ਮਦਦ ਦਿੱਤੀ ਜਾਵੇ, ਤਾਂ ਨਾਲ ਹੀ ਇਲਜ਼ਾਮ ਵੀ ਲਾਏ ਨੇ ਕਿ ਮੈਨੀਟੋਬਾ ਦੀ ਸਰਕਾਰ ਦੇ ਵੱਲੋਂ ਜੋ ਸੂਬਾ ਸਰਕਾਰ ਹੈ ਸਹੀ ਸਮੇਂ ਸਹੀ ਕਦਮ ਨਹੀਂ ਚੁੱਕੇ ਗਏ, ਜਿਸ ਕਰਕੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਵੱਧ ਗਈ ਤੇ ਇਹ ਮਾਮਲੇ ਚਿੰਤਾਜਨਕ ਬਣੇ ਹੋਏ ਨੇ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਹੈ ਨੋਵਾ ਸਕੋਸ਼ੀਆ ਤੋਂ, ਜਿੱਥੇ ਕਿ ਇੱਕ ਮਾਮਲਾ ਸਾਹਮਣੇ ਆਇਆ। ਦਰਅਸਲ RCMP ਨੇ ਜਾਣਕਾਰੀ ਦਿੱਤੀ ਕਿ ਉਹ ਇੱਕ ਥਾਂ ਦੇ ਉੱਤੇ ਪਹੁੰਚੇ ਜਿੱਥੇ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਉੱਥੇ ਪਾਰਟੀ ਚੱਲ ਰਹੀ ਹੈ, ਪਰ ਜਦੋਂ ਉਹ ਦਰਵਾਜ਼ੇ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਤੇ ਉਹਨਾਂ ਨੂੰ ਦੇਖਦੇ ਹੀ ਮਿਊਜ਼ਿਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਤੇ ਜੋ ਪਾਰਟੀ ਦੇ ਵਿੱਚ ਮੌਜੂਦ ਵਿਅਕਤੀ ਸਨ ਉਹ ਬਿਲਕੁਲ ਸ਼ਾਂਤ ਹੋ ਗਏ ਉਸ ਸਮੇਂ। ਤਾਂ ਉਸ ਮੌਕੇ ਜੋ ਪੁਲਿਸ ਅਧਿਕਾਰੀ ਨੇ ਫਿਰ ਉਹ ਬਾਹਰ ਜਾ ਕੇ ਸਟਰੀਟ ਦੇ ਉੱਤੇ ਖੜ ਗਏ ਤੇ ਨਜ਼ਰ ਰੱਖਣ ਲੱਗੇ। ਕਰੀਬ 9 ਮਿੰਟ ਬਾਅਦ ਉਹਨਾਂ ਨੇ ਦੇਖਿਆ ਕਿ ਮੁੜ ਤੋਂ ਪਾਰਟੀ ਸ਼ੁਰੂ ਹੋ ਗਈ ਤੇ ਫਿਰ ਜਦੋਂ ਆਏ ਤਾਂ ਉਹਨਾਂ ਨੇ $21,000 ਤੱਕ ਦੀਆਂ ਟਿਕਟਾਂ ਨੇ ਜੋ ਉਹ ਦਿੱਤੀਆਂ ਨੇ ਤੇ ਉਸ ਮੌਕੇ ਪਾਰਟੀ ਵਿੱਚ ਮੌਜੂਦ ਵਿਅਕਤੀਆਂ ਨੂੰ ਵੀ ਫਾਈਨ ਕੀਤੇ ਗਏ ਨੇ ਤੇ ਨਾਲ ਹੀ RCMP ਨੇ ਕਿਹਾ ਕਿ ਅਜਿਹਾ ਬਿਲਕੁਲ ਨਾ ਕੀਤਾ ਜਾਵੇ ਕਿ ਸਿਹਤ ਹਦਾਇਤਾਂ ਦੀ ਇੰਨੇ ਵੱਡੇ ਪੱਧਰ ਦੇ ਉੱਤੇ ਉਲੰਘਣਾ ਕੀਤੀ ਜਾ ਰਹੀ ਸੀ। ਐਤਵਾਰ ਦੀ ਰਾਤ ਨੂੰ ਇਹ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਰੇ ਸੋਮਵਾਰ ਨੂੰ ਪੁਲਿਸ ਨੇ ਸਾਰਿਆਂ ਨੂੰ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਅਗਲਾ ਮਾਮਲਾ ਮੌਂਟਰੀਅਲ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਜਿਮ ਦੇ ਵਿੱਚ 60 ਕੁ ਵਿਅਕਤੀਆਂ ਦਾ ਇਕੱਠ ਹੋਇਆ। ਇਸ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇੱਕ 45 ਸਾਲ ਦਾ ਵਿਅਕਤੀ ਜਿਸਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਇਆ ਤੇ ਉਸਨੇ ਕਿਹਾ ਕਿ ਜਿਮ ਦੇ ਵਿੱਚ ਇੰਨੇ ਵਿਅਕਤੀ ਜੋ ਨੇ ਆ ਸਕਦੇ ਨੇ, ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ, ਜਿਸ ਤੋਂ ਬਾਅਦ ਸਿਹਤ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਉੱਥੇ 60 ਦੇ ਕਰੀਬ ਵਿਅਕਤੀ ਇਕੱਠੇ ਹੋ ਗਏ। ਉਹ ਜਿਮ ਪਹਿਲਾਂ ਵੀ ਅਧਿਕਾਰੀਆਂ ਦੇ ਵੱਲੋਂ ਬੰਦ ਕੀਤਾ ਗਿਆ ਸੀ, ਕਿਉਂਕਿ ਕਿਊਬੈਕ ਸਰਕਾਰ ਨੇ ਜੋ ਐਲਾਨ ਵੀ ਕੀਤਾ ਹੋਇਆ ਹੈ ਉਸ ਮੁਤਾਬਕ ਇਹ ਹੈ ਕਿ ਜਿਹੜੇ ਜਿਮ ਨੇ ਉੱਥੇ 31 ਮਈ ਤੋਂ ਬਾਅਦ ਖੁੱਲ ਸਕਦੇ ਨੇ, ਕਿਉਂਕਿ ਵੱਖੋ ਵੱਖਰੇ ਪੜਾਅ ਸਰਕਾਰਾਂ ਦੇ ਵੱਲੋਂ ਦੱਸੇ ਗਏ ਨੇ ਇਸ ਮੌਕੇ, ਜਿਨ੍ਹਾਂ ਦੇ ਤਹਿਤ ਸਿਹਤ ਹਦਾਇਤਾਂ ਹਟਾਈਆਂ ਜਾ ਰਹੀਆਂ ਨੇ। ਤੇ ਸਿਹਤ ਹਦਾਇਤਾਂ ਹਟਾਉਣ ਨੂੰ ਲੈ ਕੇ ਕਿਊਬੈਕ ਸਰਕਾਰ ਨੇ ਜਦੋਂ ਐਲਾਨ ਕੀਤਾ ਸੀ ਤਾਂ ਉਹਨਾਂ ਨੇ 31 ਮਈ ਤੱਕ ਤਾਂ ਜਿਮ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ। ਤੇ ਜਿਵੇਂ ਮੌਂਟਰੀਅਲ ਤੋਂ ਸਾਹਮਣੇ ਆਇਆ ਮਾਮਲਾ, ਤਾਂ ਮੌਂਟਰੀਅਲ ਦੇ ਵਿੱਚ ਜਦੋਂ ਕਰਫਿਊ ਵੀ ਲੱਗੇ ਸਨ ਤਾਂ ਉਸ ਮੌਕੇ ਵੀ ਲੋਕਾਂ ਦੇ ਵੱਲੋਂ ਭੰਨ ਤੋੜ ਵੀ ਕੀਤੀ ਗਈ ਸੀ ਤਾਂ ਵੱਡੀ ਗਿਣਤੀ ਲੋਕਾਂ ਨੇ ਪ੍ਰਦਰਸ਼ਨ ਵੀ ਕੀਤੇ ਸਨ। ਤਾਂ ਕੁਝ ਇਸੇ ਤਰ੍ਹਾਂ ਹੁਣ ਜਿਮ ਖੋਲ੍ਹਣ ਨੂੰ ਲੈ ਕੇ ਵੀ ਉਹ ਜਿਮ ਜਿਵੇਂ ਪਹਿਲਾਂ ਵੀ ਬੰਦ ਕੀਤਾ ਗਿਆ ਸੀ, ਤਾਂ ਇਸ ਮੌਕੇ ਸਿਹਤ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਉੱਥੇ ਵਿਅਕਤੀ ਇਕੱਠੇ ਹੋਏ, ਜਿਨ੍ਹਾਂ ਨੂੰ ਚੇਤਾਵਨੀ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ। ਅਗਲੀ ਖਬਰ ਹੈ ਕਿ ਨੋਵਾ ਸਕੋਸ਼ੀਆ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਮੋਟਲ ਦਾ ਇਹ ਮਾਮਲਾ ਹੈ। ਪੁਲਿਸ ਨੇ ਕਿਹਾ ਇੱਕ 32 ਸਾਲਾ ਵਿਅਕਤੀ ਸੀ ਜਿਸ ਦੇ ਗੋਲੀਆਂ ਮਾਰੀਆਂ ਗਈਆਂ ਤੇ ਜੋ 32 ਸਾਲਾ ਵਿਅਕਤੀ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਦੇ ਬਾਰੇ ਵੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ।
ਜਿਸ ਦੇ ਬਾਰੇ ਪੁਲਿਸ ਨੇ ਦੱਸਦੇ ਹੋਏ ਦੱਸਿਆ ਕਿ ਜੋ ਇਹ ਗੋਲੀ ਚੱਲੀ ਹੈ ਮੋਟੈਲ ਦੇ ਵਿੱਚ, ਉਸ ਦੇ ਵਿੱਚ ਜਿਸ ਵਿਅਕਤੀ ਦੇ ਵੱਲੋਂ ਗੋਲੀ ਚਲਾਈ ਗਈ ਹੈ ਤੇ ਜਿਸ ਵਿਅਕਤੀ ਦੇ ਉੱਤੇ ਗੋਲੀ ਚਲਾਈ ਹੈ, ਇਹ ਦੋਵੇਂ ਇੱਕ ਦੂਜੇ ਨੂੰ ਜਾਣਦੇ ਵੀ ਸਨ। ਇਸ ਦੇ ਵਿੱਚ ਉਹਨਾਂ ਨੂੰ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਹੈ। ਜਿਵੇਂ ਇਹ ਹਫਤਾ ਪੈਰਾਮੈਡਿਕ ਸਰਵਿਸ ਨੂੰ ਸਮਰਪਿਤ ਮਨਾਇਆ ਜਾ ਰਿਹਾ ਹੈ ਤਾਂ ਇਸ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਸੰਦੇਸ਼ ਵੀ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕਿਵੇਂ ਤੇ ਕਿਉਂ ਇਹ ਹਫਤਾ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਬਾਰੇ ਪ੍ਰਧਾਨ ਮੰਤਰੀ ਨੇ ਕੀ ਕੁਝ ਕਿਹਾ। Hello everyone. ਕੈਨੇਡਾ ਭਰ ਵਿੱਚ ਇਹ ਹਫਤਾ ਪੈਰਾਮੈਡਿਕ ਸਰਵਿਸਿਜ਼ ਨੂੰ ਸਮਰਪਿਤ ਹੈ। ਦਰਅਸਲ ਜਿਨ੍ਹਾਂ ਦੇ ਵੱਲੋਂ ਪੈਰਾਮੈਡੀਕਲ ਸਰਵਿਸ ਦਿੱਤੀ ਜਾਂਦੀ ਹੈ, ਯਾਨੀ ਕਿ ਪਹਿਲਾਂ ਉਹਨਾਂ ਦੇ ਵੱਲੋਂ ਸਿਹਤ ਕਾਮਿਆਂ ਦੇ ਵਜੋਂ ਜੋ ਮਰੀਜ਼ਾਂ ਨੂੰ ਮਦਦ ਦਿੱਤੀ ਜਾਂਦੀ ਹੈ, ਜਿਵੇਂ ਕਿ ਐਂਬੂਲੈਂਸ ਵੀ ਜਦੋਂ ਪਹੁੰਚਦੀ ਹੈ ਕਿਤੇ ਤਾਂ ਉਸ ਦੇ ਰਾਹੀਂ ਵੀ ਤੇ ਵੱਖੋ ਵੱਖਰੀਆਂ ਸਰਵਿਸਿਜ਼ ਨੇ ਜੋ ਸਿਹਤ ਕਾਮਿਆਂ ਦੇ ਵੱਲੋਂ ਕੁਝ ਇਸ ਤਰ੍ਹਾਂ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਐਮਰਜੈਂਸੀ ਦੇ ਦੌਰਾਨ ਵੀ ਵੱਡੀ ਗਿਣਤੀ ਮਰੀਜ਼ਾਂ ਨੂੰ ਬਚਾਉਣ ਦੇ ਵਿੱਚ ਇਹ ਮਦਦ ਕਰਦੇ ਨੇ, ਜਿਸ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੈਰਾਮੈਡਿਕ ਸਰਵਿਸ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਖਾਸ ਤੌਰ ਦੇ ਉੱਤੇ ਕੋਵਿਡ-19 ਦੇ ਦੌਰਾਨ ਜੋ ਹਾਲਾਤ ਬਣੇ ਹੋਏ ਸਨ, ਉਸ ਸਮੇਂ ਵੀ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਂਦੇ ਹੋਏ ਉਹਨਾਂ ਦੇ ਵੱਲੋਂ ਕੰਮ ਜਾਰੀ ਰੱਖਿਆ ਗਿਆ ਤੇ ਮਰੀਜ਼ਾਂ ਨੂੰ ਬਚਾਉਣ ਦੇ ਵਾਸਤੇ ਤੇ ਨਾਲ ਹੀ ਉਹਨਾਂ ਨੂੰ ਅੱਗੇ ਜਾਣਕਾਰੀ ਦੇਣ ਦੇ ਵਾਸਤੇ ਉਹਨਾਂ ਦੇ ਵੱਲੋਂ ਕੰਮ ਕੀਤਾ ਜਾਂਦਾ ਹੈ। ਇਸ ਸਾਲ ਜੋ ਪੈਰਾਮੈਡਿਕ ਸਰਵਿਸਿਜ਼ ਦੇ ਵਾਸਤੇ ਸਮਰਪਿਤ ਇਹ ਹਫਤਾ ਮਨਾਇਆ ਜਾ ਰਿਹਾ ਹੈ, ਉਸ ਦੇ ਵਿੱਚ ਮੁੱਖ ਵਿਸ਼ਾ ਰੱਖਿਆ ਗਿਆ ਹੈ ਪੈਰਾਮੈਡਿਕ ਐਜ਼ ਐਜੂਕੇਟਰ, ਯਾਨੀ ਕਿ ਜਿਹੜੇ ਮਰੀਜ਼ਾਂ ਨੂੰ ਜਾਣਕਾਰੀ ਵੀ ਦਿੰਦੇ ਨੇ, ਉਹਨਾਂ ਨੂੰ ਦੱਸਦੇ ਨੇ ਉਹਨਾਂ ਦੇ ਮੌਜੂਦਾ ਹਾਲਾਤ ਦੇ ਬਾਰੇ, ਸਿਹਤ ਨਾਲ ਸੰਬੰਧਿਤ ਤੇ ਨਾਲ ਹੀ ਜਿਨ੍ਹਾਂ ਦੇ ਵੱਲੋਂ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਐਮਰਜੈਂਸੀ ਦੇ ਦੌਰਾਨ ਕਿਸ ਤਰ੍ਹਾਂ ਮੈਡੀਕਲ ਸੰਬੰਧੀ ਹਾਲਾਤ ਨੂੰ ਸੰਭਾਲਣਾ ਹੈ। ਜੇਕਰ ਮਰੀਜ਼ ਦੀ ਜਦੋਂ ਤਬੀਅਤ ਖਰਾਬ ਹੁੰਦੀ ਹੈ ਤਾਂ ਉਸ ਮੌਕੇ ਕਿਹੋ ਜਿਹੀ ਮਦਦ ਤੁਰੰਤ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਤਾਂ ਕਿ ਜਦੋਂ ਤੱਕ ਸਿਹਤ ਕਾਮੇ ਉੱਥੇ ਪਹੁੰਚਦੇ ਨੇ ਉਦੋਂ ਤੱਕ ਮਰੀਜ਼ ਦੀ ਜਾਨ ਬਚਾਈ ਜਾ ਸਕੇ। Hello everyone. This week we celebrate and thank paramedics across Canada for the work they do to keep us safe and healthy. And this year their work has been more important than ever. Paramedics have been on the front lines of the COVID-19 pandemic. They've had to be resourceful to help fight this crisis. They've put themselves at risk to help keep us safe and healthy, and they've shown incredible strength and resilience. They've had our backs in this fight, and we need to continue to have theirs. That means continuing to do whatever it takes to make sure they have the supplies and equipment they need to stay safe. It also means wearing a mask, washing our hands frequently, staying home as often as possible, downloading and using the COVID Alert app, and getting your vaccine as soon as it's your turn. Because we all have a role to play in keeping our healthcare workers safe and healthy while we fight this pandemic. To all of Canada's paramedics, thank you for your hard work, your perseverance, and your courage. As a country, we are so grateful, and together we will finish the fight against COVID-19 and build back better for everyone. Happy Paramedic Services Week. Stay safe and healthy, everyone. ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।